ਅੱਜ ਗੱਲ ਕਰਾਂਗੇ ਉਸ ਸਮੇਂ ਦੀ ਜਦੋਂ ਸਿੱਖਾਂ ਤੋਂ ਖਾਰ ਖਾਣ ਵਾਲੇ ਕੱਟਰ ਮੁਸਲਮਾਨ ਬਾਦਸ਼ਾਹ ਔਰੰਗਜ਼ੇਬ ਨੇ ਆਪਣੇ ਉਸਤਾਦ ਤੋਂ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦੀ ਸਿੱਖਿਆ ਲਈ। ਨਾਲ ਹੀ ਗੱਲ ਕਰਾਂਗੇ ਉਸ ਸਮੇਂ ਦੀ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 3-4 ਸਾਲ ਤੱਕ ਰਾਜ ਪ੍ਰਬੰਧ ਵਿੱਚ ਇੱਕ ਉੱਚੇ ਅਹੁਦੇ ਨੂੰ ਸੰਭਾਲਿਆ, ਜਿੱਥੇ ਟੈਕਸ ਦਾ ਹਿਸਾਬ ਕਿਤਾਬ, ਤਨਖਾਹਾਂ ਵੰਡਣੀਆਂ, ਫੌਜ ਦੇ ਖਰਚ ਦਾ ਹਿਸਾਬ, यानी कि राजे दे दरबार विच करंसी दा सारा लेन देन गुरु साहब दे हथ विच सी ते तकरीबन 50 तो वध बंदे उन्हां दे थल्ले काम करदे सन। ते नाल ही गल करांगे उस मुसलमान राजे दी जिन्हें 18,500 किले जमीन श्री गुरु नानक पातशाह दे नाम लवा दित्ती। जे गल करिए साडे मानयोग इतिहास दी ਤਾਂ ਛੋਟੇ ਹੁੰਦਿਆਂ ਤੋਂ ਲੈ ਕੇ ਹੁਣ ਤੱਕ ਅਸੀਂ ਸਭ ਤੋਂ ਵੱਧ ਸਾਖੀਆਂ ਗੁਰੂ ਨਾਨਕ ਪਾਤਸ਼ਾਹ ਦੀਆਂ ਹੀ ਸੁਣੀਆਂ ਹਨ, ਪਰ ਫਿਰ ਵੀ ਉਹਨਾਂ ਦੇ ਜੀਵਨ ਨਾਲ ਜੁੜੇ ਇਹੋ ਜਿਹੇ ਕਈ ਪਹਿਲੂ ਹਨ ਜੋ ਸਾਡੇ ਤੋਂ ਅੱਜ ਵੀ ਅਣਛੂਤੇ ਰਹਿ ਗਏ ਹਨ, ਤੇ ਜਾਂ ਫਿਰ ਉਹ ਘਟਨਾਵਾਂ ਇਹੋ ਜਿਹੇ ਅੱਧੇ ਅਧੂਰੇ ਰੂਪ ਵਿੱਚ ਸਾਡੇ ਤੱਕ ਪਹੁੰਚੀਆਂ ਜਿਸ ਨਾਲ ਉਹਨਾਂ ਦੀ ਜੋ ਅਸਲ ਅਹਿਮੀਅਤ ਸੀ ਅਸੀਂ ਉਸ ਨੂੰ ਸਮਝ ਨਹੀਂ ਪਾਏ। ਸੋ ਅੱਜ ਇਸ ਵੀਡੀਓ ਵਿੱਚ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਨਾਲ ਜੁੜੀਆਂ ਇਹੋ ਜਿਹੀਆਂ ਹੀ ਕੁਝ ਘਟਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। पर वीडियो शुरू करने तो पहला जे तुसी इस चैनल ते नवे आए हो तो सक्सेस दारा चैनल सब्सक्राइब करके बेल आइकन प्रेस कर दियो ਤਾਂ ਜੋ ਸਿੱਖ ਇਤਿਹਾਸ ਨਾਲ ਜੁੜੇ ਇਸ ਤਰ੍ਹਾਂ ਦੇ ਸ਼ਾਨਦਾਰ ਵੀਡੀਓਜ਼ ਲਗਾਤਾਰ ਤੁਹਾਡੇ ਤੱਕ ਪਹੁੰਚਦੇ ਰਹਿਣ। ਸੋ ਇਹਨਾਂ ਸਭ ਘਟਨਾਵਾਂ ਦੀ ਸ਼ੁਰੂਆਤ ਕਰਦੇ ਹਾਂ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਦੇ ਸੱਚੇ ਸੌਦੇ ਵਾਲੀ ਸਾਖੀ ਤੋਂ। ਹੁਣ ਤੱਕ ਆਪਾਂ ਸੁਣਦੇ ਆਏ ਹਾਂ ਕਿ ਪਿਤਾ ਮਹਿਤਾ ਕਾਲੂ ਜੀ ਨੇ ਉਸ ਸਮੇਂ ਗੁਰੂ ਪਾਤਸ਼ਾਹ ਨੂੰ ਵਪਾਰ ਸ਼ੁਰੂ ਕਰਨ ਲਈ 20 ਰੁਪਏ ਦੀ ਇੱਕ ਛੋਟੀ ਜੀ ਰਕਮ ਦਿੱਤੀ ਸੀ। ਗੁਰੂ ਜੀ ਬਾਜ਼ਾਰ ਗਏ ਤੇ ਉੱਥੇ ਉਹਨਾਂ ਨੂੰ ਕੁਝ ਭੁੱਖੇ ਸਾਧੂ ਸੰਤ ਮਿਲੇ। ਗੁਰੂ ਜੀ ਨੇ ਬਾਜ਼ਾਰੋਂ ਰਸਦ ਖਰੀਦ ਕੇ ਉਹਨਾਂ ਨੂੰ ਲੰਗਰ ਛਕਾਤਾ ਤੇ ਆਪ ਖਾਲੀ ਹੱਥ ਘਰ ਨੂੰ ਮੁੜ ਆਏ। ਪਰ ਇਹ ਵਿਆਖਿਆ ਇਸ ਘਟਨਾ ਦੇ ਮਿਆਰ ਨੂੰ ਬਹੁਤ ਹੀ ਸਧਾਰਨ ਜਿਹਾ ਬਣਾ ਦਿੰਦੀ ਹੈ। ਇਹ ਅਸਲ ਘਟਨਾ ਕੀ ਸੀ ਇਸ ਨੂੰ ਸਮਝਣ ਲਈ ਆਓ ਆਪਾਂ ਡਾਕਟਰ ਸੁਰਿੰਦਰ ਸਿੰਘ ਦੋਸਾਂਝ ਦੀ ਲਿਖੀ ਕਿਤਾਬ ਸੱਚ ਦੀ ਖੋਜ ਨੂੰ ਖੋਲਦੇ ਹਾਂ। ਦਰਅਸਲ ਇਹ ਉਹ ਸਮਾਂ ਸੀ ਜਦੋਂ ਉਸ ਖਿੱਤੇ ਵਿੱਚ ਬਹਿਲੋਲ ਲੋਧੀ ਦੀਆਂ ਪੀੜ੍ਹੀਆਂ ਦਾ ਰਾਜ ਸੀ ਤੇ ਉੱਥੇ ਜੋ ਕਰੰਸੀ ਚੱਲਦੀ ਸੀ ਉਸ ਨੂੰ ਬਹਿਲੋਲੀ ਕਿਹਾ ਜਾਂਦਾ ਸੀ। ਜੇ ਉਸ ਸਮੇਂ ਦੇ ਹਿਸਾਬ ਨਾਲ ਇੱਕ ਬਹਿਲੋਲੀ ਦੀ ਵੈਲਿਊ ਕਰੀਏ ਤਾਂ ਇੱਕ ਬਹਿਲੋਲੀ ਸਿੱਕੇ ਦਾ 10 ਮਣ ਅਨਾਜ ਆ ਜਾਂਦਾ ਸੀ। ਉਹਨਾਂ ਸਮਿਆਂ 'ਚ ਜੇ ਕਿਸੇ ਨੇ ਆਗਰਾ ਤੋਂ ਦਿੱਲੀ ਤੋਂ ਅੰਮ੍ਰਿਤਸਰ ਹੁੰਦੇ ਹੋਏ ਲਾਹੌਰ ਦਾ ਸਫ਼ਰ ਤੈਅ ਕਰਨਾ ਹੁੰਦਾ ਸੀ ਤਾਂ ਇੱਕ ਬੰਦਾ, ਇੱਕ ਉਹਦਾ ਨੌਕਰ ਤੇ 2 ਉਹਨਾਂ ਦੇ ਘੋੜੇ, ਇਹਨਾਂ ਚਾਰਾਂ ਦਾ ਸਫ਼ਰ ਇੱਕ ਬਹਿਲੋਲੀ ਵਿੱਚ ਬੜੇ ਆਰਾਮ ਨਾਲ ਹੋ ਜਾਂਦਾ ਸੀ। ਤੇ ਹੁਣ ਸੋਚ ਕੇ ਵੇਖੀਏ ਕਿ 20 ਬਹਿਲੋਲੀਆਂ ਦੀ ਉਸ ਸਮੇਂ ਕਿੰਨੀ ਰਸਦ ਲਿਆਂਦੀ ਗਈ ਹੋਊਗੀ। ਫਿਰ ਇਹਨਾਂ ਰਾਸ਼ਨ ਪਕਾਉਣ ਲਈ ਵੱਡੇ ਭਾਂਡਿਆਂ ਦਾ ਇੰਤਜ਼ਾਮ ਕਰਨਾ ਤੇ ਹੋ ਸਕਦਾ ਹੈ ਇਹਨਾਂ ਰਾਸ਼ਨ ਪਕਾਉਣ ਲਈ ਕਿਸੇ ਹਲਵਾਈ ਤੱਕ ਨੂੰ ਲਿਆਂਦਾ ਗਿਆ ਹੋਵੇ। ਅਸਲ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਭੁੱਖੇ ਸਾਧੂ ਸੰਤਾਂ ਨੂੰ ਕੱਲਾ ਲੰਗਰ ਨਹੀਂ ਸੀ ਛਕਾਇਆ, ਜਿਵੇਂ ਕਿ ਅੱਜ ਵੀ ਰੀਤ ਪ੍ਰਚਲਿਤ ਹੈ। ਜੇ ਆਪਾਂ ਕਿਸੇ ਨਾਲ ਕੋਈ ਮੀਟਿੰਗ, ਕੋਈ ਵਿਚਾਰ ਚਰਚਾ ਕਰਨੀ ਹੋਵੇ ਤਾਂ ਆਪਾਂ ਉਸ ਨੂੰ ਘਰੇ ਚਾਹ ਤੇ ਜਾਂ ਖਾਣੇ ਤੇ ਸੱਦ ਲੈਂਦੇ ਹਾਂ। ਠੀਕ ਉਸੇ ਤਰ੍ਹਾਂ ਹੀ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਸਾਧੂ ਸੰਤਾਂ ਨੂੰ ਧਰਮ ਤੇ ਵਿਚਾਰ ਚਰਚਾ ਕਰਨ ਦਾ ਸੱਦਾ ਦਿੱਤਾ ਸੀ ਤੇ ਪਹਿਲਾਂ ਕਈ ਘੰਟੇ ਉਹਨਾਂ ਸਾਧੂ ਸੰਤਾਂ ਨਾਲ ਵਿਚਾਰ ਚਰਚਾ ਕੀਤੀ ਤੇ ਫਿਰ ਉਹਨਾਂ ਦੇ ਪ੍ਰਸ਼ਾਦੇ ਪਾਣੀ ਦੀ ਸੇਵਾ ਕਰਨ ਉਪਰੰਤ ਉਹਨਾਂ ਨੂੰ ਰਵਾਨਾ ਕੀਤਾ। ਅੰਗਰੇਜ਼ੀ ਦੀ ਇੱਕ ਕਹਾਵਤ ਹੈ, ਇਫ ਯੂ ਵਾਂਟ ਟੂ ਬੀ ਅ ਫਿਲੋਸਫਰ ਫਸਟ ਸਕਸੀਡ ਇਨ ਲਾਈਫ, ਯਾਨੀ ਕਿ ਜੇ ਤੁਸੀਂ ਗਿਆਨ ਦੀਆਂ, ਰੱਬ ਦੀਆਂ ਵੱਡੀਆਂ ਗੱਲਾਂ ਕਰਨੀਆਂ ਹਨ ਤਾਂ ਪਹਿਲਾਂ ਜ਼ਿੰਦਗੀ ਵਿੱਚ ਕਾਮਯਾਬ ਹੋ ਕੇ ਵਿਖਾਓ। ਜੇਬ 'ਚ ਤੁਹਾਡੇ ਦੀਵਾਨੀ ਨਹੀਂ, ਤੁਹਾਡੇ ਬੱਚੇ ਤੇ ਬਜ਼ੁਰਗ ਮਾਪਿਓ ਭੁੱਖ ਨਾਲ ਤੇ ਇਲਾਜ ਲਈ ਤੰਗ ਹੋਈ ਜਾਣ ਤੇ ਆਪਾਂ ਕਹੀਏ ਕਿ ਅਸੀਂ ਤਾਂ ਰੱਬ ਦੀ ਖੋਜ ਕਰਨ ਚੱਲੇ ਹਾਂ। ਇਹ ਕਿੰਨੀ ਹਾਸਨਯੋਗ ਸਥਿਤੀ ਹੈ। ਇਹ ਤਾਂ ਜ਼ਿੰਮੇਵਾਰੀਆਂ ਤੋਂ ਕੰਨ ਕਤਰਾ ਕੇ ਭੱਜਣ ਵਾਲੀ ਗੱਲ ਲੱਗਦੀ ਹੈ ਤੇ ਗੁਰੂ ਨਾਨਕ ਪਾਤਸ਼ਾਹ ਨੇ ਇਸ ਗੱਲ ਦਾ ਜਵਾਬ ਅੱਜ ਤੋਂ 500 ਸਾਲ ਪਹਿਲਾਂ ਹੀ ਦਿੱਤਾ ਸੀ। ਆਪਾਂ ਸਭ ਨੇ ਗੁਰੂ ਨਾਨਕ ਪਾਤਸ਼ਾਹ ਦੇ 13 ਤੋਲਣ ਵਾਲੀ ਸਾਖੀ ਤਾਂ ਜ਼ਰੂਰ ਸੁਣੀ ਹੋਊਗੀ। ਸੁਣਨ 'ਚ ਤਾਂ ਏਦਾਂ ਦੀ ਤਸਵੀਰ ਮਨ ਵਿੱਚ ਉੱਭਰਦੀ ਹੈ ਕਿ ਜਿਵੇਂ ਅੱਜ-ਕੱਲ ਮੁਹੱਲਿਆਂ 'ਚ ਸਰਕਾਰੀ ਰਾਸ਼ਨ ਦੇ ਨਿੱਕੇ ਡਿਪੂ ਹੁੰਦੇ ਹਨ ਤੇ ਗੁਰੂ ਪਾਤਸ਼ਾਹ ਇਹੋ ਜਿਹੇ ਹੀ ਕਿਸੇ ਥਾਂ ਤੇ ਕਿਰਤ ਕਰਦਿਆਂ 13 ਤੋਲ ਰਹੇ ਹਨ। ਪਰ ਅਸਲ ਵਿੱਚ ਇਹ ਘਟਨਾ ਇਸ ਤਰ੍ਹਾਂ ਹੈ। ਸ਼੍ਰੀ ਗੁਰੂ ਨਾਨਕ ਪਾਤਸ਼ਾਹ ਨੇ ਸੁਲਤਾਨਪੁਰ ਲੋਧੀ ਵਿਖੇ 3 ਸਾਲ ਤੱਕ ਮੋਦੀ ਦੇ ਅਹੁਦੇ ਤੇ ਰਹਿੰਦਿਆਂ ਕਿਰਤ ਕੀਤੀ ਸੀ। ਫਾਰਸੀ ਦੀ ਇੱਕ ਕਿਤਾਬ ਹੈ ਮੁਹੰਮਦ ਅਰਦਸਤਾਨੀ ਦੀ ਲਿਖੀ ਹੋਈ ਦਰਬਸਤਾਨੇ ਮੁਹਾਰਦੀਨ। ਉਹਦੇ 'ਚ ਜ਼ਿਕਰ ਮਿਲਦਾ ਹੈ ਕਿ ਮੋਦੀ ਉਸ ਸਮੇਂ ਰਾਜ ਪ੍ਰਬੰਧ ਵਿੱਚ ਇੱਕ ਬੜਾ ਹੀ ਵੱਡਾ ਅਹੁਦਾ ਹੁੰਦਾ ਸੀ, ਅੱਜ ਕੱਲ ਦੇ ਮਾਲ ਅਫਸਰ ਵਰਗਾ। ਬਾਲਾ ਨਹੀਂ, ਅੱਜ ਤੋਂ ਜੇ ਆਪਾਂ 50 ਸਾਲ ਹੀ ਪਿੱਛੇ ਚਲੇ ਜਾਈਏ ਤਾਂ ਪਿੰਡਾਂ ਸ਼ਹਿਰਾਂ ਵਿੱਚ ਆਮ ਤੌਰ ਤੇ ਅਨਾਜ ਨੂੰ ਕਰੰਸੀ ਦੇ ਰੂਪ ਵਿੱਚ ਵਰਤਿਆ ਜਾਂਦਾ ਸੀ। ਅਸੀਂ ਹੱਟੀ ਦੇ ਦਾਣੇ ਪਾ ਕੇ
ਉੱਥੋਂ ਜ਼ਰੂਰਤ ਦੀਆਂ ਹੋਰ ਵਸਤਾਂ ਲੈ ਆਉਂਦੇ ਸਨ ਤੇ ਅੱਜ ਤੋਂ 500 ਸਾਲ ਪਿੱਛੇ ਕਰੰਸੀ ਦੀ ਥਾਂ ਅਨਾਜ ਦਾ ਵਟਾਂਦਰਾ ਆਮ ਗੱਲ ਸੀ। ਰਾਜੇ ਦੇ ਦਰਬਾਰ ਚੋਂ ਅਨਾਜ ਦਾ ਕਿੰਨਾ ਲੈਣ ਦੇਣ ਹੋਇਆ, ਕਿੰਨਾ ਮਾਮਲਾ ਯਾਨੀ ਕਿ ਟੈਕਸ ਇਕੱਠਾ ਹੋਇਆ, ਕਿੰਨਾ ਫੌਜ ਤੇ ਖਰਚ ਕੀਤਾ ਗਿਆ, ਕਿੰਨੇ ਅਨਾਜ ਦੀਆਂ ਤਨਖਾਹਾਂ ਵੰਡ ਦਿੱਤੀਆਂ ਗਈਆਂ, ਇਹ ਸਾਰਾ ਹਿਸਾਬ ਕਿਤਾਬ ਰੱਖਣਾ, ਇਹ ਸਭ ਕੰਮ ਮੋਦੀ ਦੇ ਹੱਥ ਵਸ ਹੁੰਦਾ ਸੀ। ਉਸ ਸਮੇਂ ਰਾਜ ਪ੍ਰਬੰਧ ਵਿੱਚ ਮੋਦੀ ਇੱਕ ਬਹੁਤ ਹੀ ਮਾਨਯੋਗ ਅਹੁਦਾ ਹੁੰਦਾ ਸੀ ਤੇ ਇਸ ਅਹੁਦੇ ਤੇ ਕਾਰਜ ਕਰਦਿਆਂ 50 ਤੋਂ ਵੱਧ ਬੰਦੇ ਗੁਰੂ ਸਾਹਿਬ ਦੇ ਹੇਠ ਕੰਮ ਕਰਦੇ ਸਨ ਤੇ ਉਹਨਾਂ ਸਮਿਆਂ 'ਚ ਸਭ ਤੋਂ ਵੱਧ ਕਰਪਸ਼ਨ ਵੀ ਮੋਦੀ ਹੀ ਕਰਦੇ ਹੁੰਦੇ ਸਨ। ਜ਼ਿਆਦਾਤਰ ਜਨਤਾ ਉਸ ਸਮੇਂ ਅਨਪੜ੍ਹ ਸੀ, ਮਰਜ਼ੀ ਨਾਲ ਤੋਲਣਾ, ਗੜਬੜੀਆਂ ਕਰਦੇ ਰਹਿਣਾ ਤੇ ਆਪਣਾ ਘਰ ਭਰੀ ਜਾਣਾ। ਪਰ ਗੁਰੂ ਸਾਹਿਬ ਜੀ ਨੇ ਆ ਕੇ ਇਹ ਸਭ ਕੁਝ ਬੰਦ ਕਰ ਦਿੱਤਾ। ਉਹਨਾਂ ਦੇ ਮੋਦੀ ਰਹਿੰਦਿਆਂ ਨਾ ਕਿਸੇ ਨੂੰ ਇੱਕ ਦਾਣਾ ਵੱਧ ਮਿਲਦਾ ਸੀ ਤੇ ਨਾ। ਹੁਣ ਅਗਲੀ ਗੱਲ, ਗੁਰੂ ਨਾਨਕ ਪਾਤਸ਼ਾਹ ਦੀਆਂ ਇਹਨਾਂ ਤਸਵੀਰਾਂ ਨੂੰ ਥੋੜਾ ਧਿਆਨ ਨਾਲ ਵੇਖੀਏ। ਆਪਾਂ ਇਸ ਬਹਿਸ ਵਿੱਚ ਨਹੀਂ ਪੈਣਾ ਕਿ ਇਹ ਤਸਵੀਰਾਂ ਵਾਸਤਵਿਕ ਹਨ ਜਾਂ ਕਲਪਨਾ, ਕਿਉਂਕਿ ਅਸੀਂ ਆਲਰੇਡੀ ਇਹਦੇ ਉੱਤੇ ਇੱਕ ਵੀਡੀਓ ਬਣਾ ਚੁੱਕੇ ਹਾਂ, ਲਿੰਕ ਡਿਸਕ੍ਰਿਪਸ਼ਨ ਵਿੱਚ ਮਿਲ ਜਾਊਗਾ। ਪਰ ਇਹਨਾਂ ਤਸਵੀਰਾਂ 'ਚੋਂ ਗੁਰੂ ਸਾਹਿਬ ਦੇ ਸੁਭਾਅ ਦੀ ਕਿਹੋ ਜਿਹੀ ਤਸਵੀਰ ਮਨ ਵਿੱਚ ਆਉਂਦੀ ਹੈ ਕਿ ਗੁਰੂ ਸਾਹਿਬ ਬਿਲਕੁਲ ਸ਼ਾਂਤ ਚਿੱਤ, ਵੈਰਾਗ ਦੀ ਮੂਰਤ, ਬਹੁਤ ਘੱਟ ਬੋਲਣ ਵਾਲੇ ਹੋਣਗੇ। ਇਹਨਾਂ ਤਸਵੀਰਾਂ ਵਿੱਚੋਂ ਗੁਰੂ ਪਾਤਸ਼ਾਹ ਜੀ ਨੂੰ ਕਦੀ ਹੱਸਦੇ ਹੋਏ ਤਾਂ ਵਿਖਾਇਆ ਹੀ ਨਹੀਂ ਗਿਆ। ਪਰ 10 ਗੁਰੂ ਸਾਹਿਬਾਨਾਂ ਦੇ ਧਾਰਮਿਕ ਨਹੀਂ, ਉਹਨਾਂ ਦੇ ਨਿੱਜੀ ਜੀਵਨ ਤੇ ਆਧਾਰਿਤ ਇੱਕ ਕਿਤਾਬ ਲਿਖੀ ਗਈ ਹੈ, ਜੀਵਨ ਜਾਂਚ 10 ਪਾਤਸ਼ਾਹੀਆਂ, ਪ੍ਰਿੰਸੀਪਲ ਮੁਕੰਦ ਸਿੰਘ ਜੀ ਦੀ ਲਿਖੀ ਹੋਈ। ਉਹਦੇ 'ਚ ਜ਼ਿਕਰ ਮਿਲਦਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਸੁਭਾਅ ਜਨਮ ਤੋਂ ਹੀ ਬੜਾ ਹਸਮੁਖ ਸੀ, ਭਾਵੇਂ ਕੋਈ ਕਿੰਨੇ ਮਰਜ਼ੀ ਤਣਾਵ 'ਚ ਕਿਉਂ ਨਾ ਹੋਵੇ। ਗੁਰੂ ਸਾਹਿਬ ਦੀ ਕੁਝ ਪਲਾਂ ਦੀ ਸੰਗਤ ਨਾਲ ਹੀ ਉਹਦੇ ਚਿਹਰੇ ਤੇ ਮੁਸਕਰਾਹਟ ਆ ਜਾਂਦੀ ਸੀ। ਹਾਸਾ ਤੇ ਖੁਸ਼ੀਆਂ ਵੰਡਣ ਦੀ ਇਸੇ ਖੂਬੀ ਦੇ ਕਾਰਨ ਬਚਪਨ ਤੋਂ ਹੀ ਹਰ ਕੋਈ ਗੁਰੂ ਨਾਨਕ ਪਾਤਸ਼ਾਹ ਦੀ ਸੰਗਤ ਕਰਨਾ ਚਾਹੁੰਦਾ ਸੀ। ਸੋ ਅਗਲੀ ਵਾਰ ਉੱਠਦਿਆਂ ਬਹਿੰਦਿਆਂ ਜਦੋਂ ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਯਾਦ ਕਰੋ ਤਾਂ ਅੱਖਾਂ ਬੰਦ ਕਰਕੇ ਉਹਨਾਂ ਦੇ ਹੱਸਦਿਆਂ ਹੋਇਆਂ ਦੀ ਤਸਵੀਰ ਆਪਣੇ ਮਨ ਵਿੱਚ ਉਕੇਰਨ ਦੀ ਕੋਸ਼ਿਸ਼ ਕਰਿਓ। ਜੇ ਹੁਣ ਅਗਲੀ ਇਤਿਹਾਸਿਕ ਘਟਨਾ ਵੱਲ ਵਧੀਏ ਤਾਂ ਉਹ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨੇਊ ਦੀ ਰਸਮ। ਹੌਲੀ ਹੌਲੀ ਕਰਦਿਆਂ ਅਸੀਂ ਇਸ ਘਟਨਾ ਦੇ ਮਿਆਰ ਨੂੰ ਵੀ ਬਿਲਕੁਲ ਸਧਾਰਨ ਜਿਹਾ ਕਰਕੇ ਰੱਖ ਦਿੱਤਾ ਹੈ ਕਿ ਮਹਿਤਾ ਕਾਲੂ ਜੀ ਦੇ ਸੱਦੇ ਤੇ ਪੰਡਤ ਜੀ ਘਰੇ ਆਏ ਤੇ 5-7 ਪਰਿਵਾਰਿਕ ਜੀਆਂ ਦੀ ਹਾਜ਼ਰੀ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਜਨੇਊ ਦੀ ਰਸਮ ਸ਼ੁਰੂ ਕੀਤੀ ਗਈ। ਪਰ ਗੁਰੂ ਜੀ ਨੇ ਅੱਗੋਂ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ। ਪਰ ਅਸਲ ਵਿੱਚ ਜਨੇਊ ਦੀ ਰਸਮ ਉਸ ਵੇਲੇ ਇੱਕ ਬੜੀ ਹੀ ਵੱਡੀ ਰਸਮ ਮੰਨੀ ਜਾਂਦੀ ਸੀ। ਮਹੀਨਿਆਂ ਪਹਿਲਾਂ ਹੀ ਸੱਦਾ ਪੱਤਰ ਭੇਜਣੇ ਸ਼ੁਰੂ ਕਰ ਦਿੱਤੇ ਜਾਂਦੇ ਸਨ। ਦੂਰ ਨੇੜੇ ਦੇ ਸਾਰੇ ਰਿਸ਼ਤੇਦਾਰਾਂ ਨੂੰ ਸੱਦਿਆ ਜਾਂਦਾ ਸੀ। ਵੰਨ ਸਵੰਨੇ ਪਕਵਾਨ ਤਿਆਰ ਕੀਤੇ ਜਾਂਦੇ ਸਨ। ਇੱਥੋਂ ਤੱਕ ਕਿ ਸਰਦੇ ਪੁੱਜਦੇ ਘਰਾਂ ਵਿੱਚ ਬੱਕਰੇ ਤੱਕ ਵੱਢੇ ਜਾਂਦੇ ਸਨ। ਅੱਜ ਮਹਿਤਾ ਕਾਲੂ ਜੀ ਦੇ ਵਿਹੜੇ ਵਿੱਚ ਪੂਰਾ ਵਿਆਹ ਵਰਗਾ ਮਾਹੌਲ ਹੈ। ਸਾਰੇ ਉਡੀਕ ਕਰ ਰਹੇ ਹਨ ਕਿ ਕਦੋਂ ਜਨੇਊ ਪਾਇਆ ਜਾਵੇ ਤੇ ਅਸੀਂ ਪਰਿਵਾਰ ਨੂੰ ਜਾ ਕੇ ਵਧਾਈਆਂ ਦਈਏ। ਇੱਥੇ ਇੱਕ ਧਿਆਨ ਦੇਣ ਯੋਗ ਗੱਲ ਹੈ ਕਿ ਹਜੇ ਤੱਕ ਗੁਰੂ ਨਾਨਕ ਪਾਤਸ਼ਾਹ ਨੇ ਕਿਸੇ ਕੋਲ ਜ਼ਿਕਰ ਤੱਕ ਨਹੀਂ ਕੀਤਾ ਕਿ ਉਹਨਾਂ ਨੇ ਜਨੇਊ ਨਹੀਂ ਪਾਉਣਾ, ਕਿਉਂਕਿ ਜਿੱਦਣ ਇਹ ਪ੍ਰਬੰਧ ਕਰਨੇ ਸ਼ੁਰੂ ਕੀਤੇ ਸਨ, ਜੇ ਉਦੋਂ ਹੀ ਗੁਰੂ ਨਾਨਕ ਪਾਤਸ਼ਾਹ ਮਨਾ ਕਰ ਦਿੰਦੇ ਤਾਂ ਘਰ ਦੀ ਗੱਲ ਘਰ ਵਿੱਚ ਹੀ ਰਹਿ ਜਾਂਦੀ। ਲੋਕਾਂ ਤੱਕ ਇਹ ਸੁਨੇਹਾ ਕਿਵੇਂ ਪਹੁੰਚਦਾ। ਅੱਜ ਪੰਡਿਤ ਹਰਦਿਆਲ ਜੀ ਜਨੇਊ ਵੱਟ ਕੇ ਥਾਲੀ ਵਿੱਚ ਰੱਖ ਕੇ ਲਿਆ ਰਹੇ ਹਨ ਤੇ ਜਦੋਂ ਪਾਉਣ ਲੱਗੇ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਅੱਗੋਂ ਹੱਥ ਕਰਕੇ ਉਹਨਾਂ ਨੂੰ ਰੋਕ ਦਿੱਤਾ। ਗੁਰੂ ਸਾਹਿਬ ਫਰਮਾਏ ਕਿ ਪੰਡਿਤ ਜੀ, ਤੁਸੀਂ ਮੇਰੇ ਮਾਂ-ਬਾਪ ਤੇ ਰਿਸ਼ਤੇਦਾਰਾਂ ਇਹਨਾਂ ਸਭ ਤੋਂ ਵੱਧ ਸਿਆਣੇ ਹੋ, ਇਸ ਲਈ ਜਨੇਊ ਪਾਉਣ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਕੁਝ ਸਵਾਲ ਕਰਨੇ ਚਾਹੁੰਦਾ ਹਾਂ। ਪੰਡਿਤ ਜੀ ਦੇ ਹਾਮੀ ਭਰਨ ਤੇ ਗੁਰੂ ਨਾਨਕ ਪਾਤਸ਼ਾਹ ਨੇ ਸਵਾਲ ਕੀਤਾ ਕਿ ਇਹ ਜਨੇਊ ਪਾਇਆ ਕਿਉਂ ਜਾਂਦਾ ਹੈ। ਪੰਡਿਤ ਜੀ ਤੋਂ ਜਵਾਬ ਮਿਲਿਆ, ਕਿਉਂਕਿ ਇਹ ਬੰਦੇ ਨੂੰ ਧਰਮੀ ਬਣਾਉਂਦਾ ਹੈ। ਠੀਕ ਹੈ, ਫਿਰ ਤਾਂ ਇਹ ਚੰਗੀ ਗੱਲ ਹੈ, ਪਰ ਤੁਹਾਡਾ ਪਾਇਆ ਹੋਇਆ ਜਨੇਊ ਇਸ ਜਨੇਊ ਤੋਂ ਵੱਖਰਾ ਕਿਉਂ ਲੱਗ ਰਿਹਾ ਹੈ। ਪੰਡਿਤ ਜੀ ਨੇ ਜਵਾਬ ਦਿੱਤਾ, ਬ੍ਰਾਹਮਣ ਸੂਤ ਦਾ ਵੱਟਿਆ ਜਨੇਊ ਪਾਉਂਦੇ ਹਨ ਤੇ ਇਹ ਤੁਹਾਡਾ ਖੱਤਰੀਆਂ ਵਾਲਾ ਇਹ ਉੱਨ ਦਾ ਵੱਟਿਆ ਹੋਇਆ ਹੈ। ਇਸ ਤੋਂ ਇਲਾਵਾ ਵੈਸ਼ ਜਾਨਵਰਾਂ ਦੇ ਵਾਲਾਂ ਦਾ ਵੱਟਿਆ ਹੋਇਆ ਜਨੇਊ ਪਾਉਂਦੇ ਹਨ ਤੇ ਸ਼ੂਦਰਾਂ ਨੂੰ ਜਨੇਊ ਪਾਉਣ ਦੀ ਸਾਡੇ ਧਰਮ ਵਿੱਚ ਇਜਾਜ਼ਤ ਨਹੀਂ ਹੈ। ਪਰ ਪੰਡਿਤ ਜੀ, ਮੇਰੀ ਵੱਡੀ ਭੈਣ ਨਾਨਕੀ, ਉਹਨਾਂ ਨੇ ਤਾਂ ਜਨੇਊ ਨਹੀਂ ਪਾਇਆ, ਕਿਉਂਕਿ ਪੁੱਤਰ ਜੀ ਜਨੇਊ ਲੜਕੀਆਂ ਵਾਸਤੇ ਨਹੀਂ ਹੁੰਦਾ। ਤਦ ਗੁਰੂ ਸਾਹਿਬ ਫਰਮਾਏ ਕਿ ਪੰਡਿਤ ਜੀ, ਮੈਂ ਤੁਹਾਡਾ ਇਹ ਜਨੇਊ ਨਹੀਂ ਪਾਉਣਾ। ਕਿਸੇ ਨੂੰ ਪਾਉਣ ਦਾ ਹੱਕ ਨਹੀਂ। ਕਿਸੇ ਨੇ ਉੱਨ ਦਾ ਵੱਟਿਆ ਪਾਉਣਾ ਹੈ ਤੇ ਕਿਸੇ ਨੇ ਸੂਤ ਦਾ, ਕਿਸੇ ਨੇ ਜਾਨਵਰਾਂ ਦੇ ਵਾਲਾਂ ਦਾ। ਧਰਮੀ ਨਹੀਂ ਬਣਾਉਂਦਾ। ਤੁਹਾਡਾ ਇਹ ਜਨੇਊ ਤਾਂ ਸਗੋਂ ਸਾਡੇ ਵਿੱਚ ਵੰਡੀਆਂ ਪਾ ਰਿਹਾ ਹੈ। ਮੈਂ ਤਾਂ ਉਹ ਜਨੇਊ ਪਾਉਣਾ ਹੈ ਜਿਹੜਾ ਬਿਨਾਂ ਕਿਸੇ ਭੇਦਭਾਵ ਦੇ ਨੀਚੀ ਜਾਂ ਉੱਚ ਜਾਤੀ ਦਾ ਮਰਦ ਜਾਂ ਔਰਤ ਕੋਈ ਵੀ ਪਾ ਸਕੇ। ਜੇ ਉਹ ਜਨੇਊ ਹੈ ਤੁਹਾਡੇ ਕੋਲ ਤਾਂ ਲੈ ਆਓ। ਗੁਰੂ ਨਾਨਕ ਪਾਤਸ਼ਾਹ ਦਾ ਇਹ ਜਵਾਬ ਸੁਣ ਕੇ ਇੰਨੇ ਵੱਡੇ ਵਿਦਵਾਨ ਪੰਡਿਤ ਹਰਦਿਆਲ ਜੀ ਜਾਂ ਉੱਥੇ ਬੈਠੇ ਕਿਸੇ ਵੀ ਸ਼ਖਸ ਕੋਲ ਕੋਈ ਜਵਾਬ ਨਹੀਂ ਸੀ। ਇੱਥੇ ਧਿਆਨ ਦੇਣ ਯੋਗ ਗੱਲ ਹੈ ਕਿ ਉਸ ਸਮੇਂ ਗੁਰੂ ਪਾਤਸ਼ਾਹ ਦੀ ਉਮਰ ਸਿਰਫ 9 ਸਾਲ ਦੀ ਹੈ। ਅੱਜ ਕੱਲ ਤਾਂ ਸਾਡੇ ਸਮਾਜ ਵਿੱਚ ਫਿਰ ਵੀ ਫਰਕ ਆਉਂਦਾ ਜਾ ਰਿਹਾ ਹੈ, ਪਰ ਜੇ ਅੱਜ ਤੋਂ 20-30 ਸਾਲ ਪਹਿਲਾਂ ਹੀ ਵੇਖੀਏ ਤਾਂ ਜੇ ਕੋਈ 9-10 ਸਾਲ ਦਾ ਬੱਚਾ ਇਹੋ ਜਿਹੀ ਜਿੱਦ ਕਰਦਾ ਤਾਂ ਮਾਂ ਪਿਓ ਉਹਦਾ ਕੰਨ ਮਰੋੜ ਕੇ ਕਹਿੰਦੇ
ਕਿ ਐਵੇਂ ਕਿਵੇਂ ਨਹੀਂ ਪਾਉਣਾ ਤੂੰ ਜਨੇਊ, ਇਹ ਰੀਤ ਤਾਂ ਸਾਡੀ ਪੀੜ੍ਹੀਆਂ ਤੋਂ ਚੱਲਦੀ ਆ ਰਹੀ ਹੈ। ਤੂੰ ਵੱਡਾ ਸਮਝਦਾਰ ਜਿਹੜਾ ਸਾਨੂੰ ਮੱਤਾ ਦੇ ਰਿਹਾ ਹੈ। ਪਰ ਵੇਖੋ ਗੁਰੂ ਸਾਹਿਬਾਨ ਨੇ ਕਿੰਨੇ ਸ਼ਾਨਦਾਰ ਤਰੀਕੇ ਨਾਲ ਜਵਾਬ ਦਿੱਤਾ ਕਿ ਕਿਸੇ ਨੂੰ ਅੱਗਿਓਂ ਗੱਲ ਤੱਕ ਨਹੀਂ ਆਈ। ਹੁਣ ਗੱਲ ਕਰਦੇ ਹਾਂ ਇਤਿਹਾਸ ਦੀ ਉਸ ਘਟਨਾ ਦੀ ਜਿਹਦੇ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਸ਼੍ਰੀ ਗੁਰੂ ਨਾਨਕ ਪਾਤਸ਼ਾਹ 757 ਮਰਬੇ ਯਾਨੀ ਕਿ 1850 ਕਿੱਲੇ ਜ਼ਮੀਨ ਦੇ ਮਾਲਕ ਸਨ, ਜਿਹਦੀ ਹਰ ਸਾਲ ਦੀ ਆਮਦਨ 958 ਬਹਿਲੋਲੀਆਂ ਯਾਨੀ ਕਿ ਅੱਜ ਦੇ ਕਰੋੜਾਂ ਰੁਪਏ ਦੇ ਬਰਾਬਰ ਹੁੰਦੀ ਸੀ। ਦਰਅਸਲ ਇਹ ਜ਼ਮੀਨ ਇੱਕ ਮੁਸਲਮਾਨ ਰਾਜੇ ਰਾਏ ਬੁਲਾਰ ਨੇ ਗੁਰੂ ਸਾਹਿਬ ਦੇ ਨਾਮ ਲਵਾਈ ਸੀ। ਇਸ ਜ਼ਮੀਨ ਦਾ ਜ਼ਿਕਰ ਮੈਂ ਇੱਥੇ ਇਸ ਲਈ ਕਰ ਰਿਹਾ ਹਾਂ ਕਿਉਂਕਿ ਇਹ ਗੁਰੂ ਸਾਹਿਬ ਦੇ ਆਪਣੇ ਸਿਧਾਂਤਾਂ ਪ੍ਰਤੀ ਅਡੋਲਤਾ ਨੂੰ ਦਰਸਾਉਂਦਾ ਹੈ ਕਿ ਇੰਨੀ ਹਜ਼ਾਰਾਂ ਏਕੜ ਜ਼ਮੀਨ ਤੇ ਕਰੋੜਾਂ ਰੁਪਏ ਦੀ ਹੋਣ ਵਾਲੀ ਆਮਦਨ ਵਿੱਚੋਂ ਗੁਰੂ ਸਾਹਿਬ ਨੇ ਆਪਣੇ ਨਿੱਜੀ ਹਿੱਤਾਂ ਲਈ ਕਦੀ 1 ਰੁਪਿਆ ਵੀ ਨਹੀਂ ਵਰਤਿਆ। ਇਹ ਸਾਰਾ ਪੈਸਾ ਗਰੀਬਾਂ ਦੀ ਸੇਵਾ ਤੇ ਲਾਇਆ ਜਾਂਦਾ ਸੀ ਤੇ ਜਿਹੜੀ ਜ਼ਮੀਨ ਤੇ ਗੁਰੂ ਸਾਹਿਬ ਆਪ ਖੇਤੀ ਕਰਦੇ ਰਹੇ ਉਹ ਜ਼ਮੀਨ ਉਹਨਾਂ ਨੇ ਆਪਣੀ ਨਿੱਜੀ ਕਮਾਈ ਤੋਂ ਖਰੀਦੀ ਸੀ। ਇਹ 757 ਮਰਬੇ ਜ਼ਮੀਨ ਅੱਜ ਵੀ ਪਾਕਿਸਤਾਨ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਦੇ ਨਾਮ ਬੋਲਦੀ ਹੈ ਤੇ ਇਸ ਜ਼ਮੀਨ ਤੇ ਉੱਥੋਂ ਦੀ ਸੁਪਰੀਮ ਕੋਰਟ ਵਿੱਚ ਪਿਛਲੇ 40-50 ਸਾਲਾਂ ਤੋਂ ਇੱਕ ਕੇਸ ਵੀ ਚੱਲ ਰਿਹਾ ਹੈ। ਆਖਿਰ ਕੌਣ ਸੀ ਇਹ ਮੁਸਲਮਾਨ ਰਾਜਾ ਰਾਏ ਬੁਲਾਰ ਤੇ ਉਹਨੇ ਆਪਣੇ ਮੁਸਲਮਾਨ ਧਰਮ ਦੇ ਵੱਡੇ ਪੀਰ ਪੈਗੰਬਰ ਛੱਡ ਕੇ ਇਹ ਜ਼ਮੀਨ ਗੁਰੂ ਸਾਹਿਬ ਦੇ ਨਾਮ ਹੀ ਕਿਉਂ ਲਵਾਈ ਤੇ ਆਖਿਰ ਕਿਸ ਗੱਲ ਤੇ ਸੁਪਰੀਮ ਕੋਰਟ ਵਿੱਚ ਅੱਜ ਵੀ ਇਸ ਜ਼ਮੀਨ ਤੇ ਕੇਸ ਚੱਲ ਰਿਹਾ ਹੈ। ਇਸ ਸਾਰੇ ਟੌਪਿਕ ਤੇ ਅਸੀਂ ਡਿਟੇਲ ਵਿੱਚ ਇੱਕ ਵੀਡੀਓ ਬਣਾਇਆ ਹੋਇਆ ਹੈ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਊ। ਜਦੋਂ 1025 ਵਿੱਚ ਮੁਹੰਮਦ ਗਜਨਵੀ ਨੇ ਭਾਰਤ ਤੇ ਹਮਲਾ ਕੀਤਾ ਤਾਂ ਉਹਦੇ ਨਾਲ 2 ਜਰਨੈਲ ਹੋਰ ਵੀ ਆਏ ਸਨ, ਸੁਲੇਮਾਨ ਖਾਨ ਤੇ ਸੁਲਤਾਨ ਖਾਨ। ਜਾਂਦੇ ਸਮੇਂ ਉਹ ਦੋਵੇਂ ਇੱਥੇ ਹੀ ਰਹਿ ਗਏ ਤੇ ਉਹਨਾਂ ਬੋਧੀਆਂ ਦੇ ਇੱਕ ਬਰਬਾਦ ਹੋ ਚੁੱਕੇ ਨਗਰ ਨੂੰ ਮੁੜ ਵਸਾਇਆ। ਨਾਮ ਰੱਖਿਆ ਸੁਲਤਾਨਪੁਰ, ਜੋ ਕਿ ਅੱਗੇ ਚੱਲ ਕੇ ਦੁਨੀਆ ਵਿੱਚ ਇਸਲਾਮ ਦਾ ਇੱਕ ਬਹੁਤ ਵੱਡਾ ਵਿਦਿਅਕ ਕੇਂਦਰ ਬਣਿਆ। ਜਿਵੇਂ ਅੱਜ ਸਾਡੇ ਬੱਚੇ ਵਿਦੇਸ਼ਾਂ ਵੱਲ ਭੱਜ ਰਹੇ ਹਨ, ਠੀਕ ਉਸੇ ਤਰ੍ਹਾਂ ਹੀ ਦੂਰ ਦਰਾਡੇ ਤੋਂ ਬੱਚੇ ਇਸਲਾਮ ਦੀ ਪੜ੍ਹਾਈ ਕਰਨ ਇੱਥੇ ਆਉਂਦੇ ਸਨ। ਉਸ ਸਮੇਂ ਦਾਰਾ ਸ਼ੇਖੋ ਵੀ ਇੱਥੇ ਹੀ ਪੜ੍ਹਿਆ, ਮੁਰਾਦ ਵੀ ਇੱਥੇ ਹੀ ਪੜ੍ਹਿਆ, ਜਹਾਂਗੀਰ ਵੀ ਇੱਥੇ ਹੀ ਪੜ੍ਹਿਆ ਤੇ ਔਰੰਗਜ਼ੇਬ ਨੇ ਵੀ ਲਗਾਤਾਰ 7 ਸਾਲ ਤੱਕ ਆਪਣੀ ਪੜ੍ਹਾਈ ਇੱਥੇ ਹੀ ਰਹਿ ਕੇ ਕੀਤੀ, ਜਿੱਥੇ ਪੂਰੀ ਦੁਨੀਆ ਤੋਂ ਬੱਚੇ ਇਸਲਾਮ ਦੀ ਪੜ੍ਹਾਈ ਕਰਨ ਆ ਰਹੇ ਸਨ, ਜਿੱਥੇ ਮੁਲਕ ਦੇ ਬਾਦਸ਼ਾਹ ਦੇ ਬੱਚੇ ਯਾਨੀ ਕਿ ਆਉਣ ਵਾਲੇ ਬਾਦਸ਼ਾਹ ਦੀ ਤਾਮੀਲ ਹੋ ਰਹੀ ਹੈ। ਕੁਦਰਤਨ ਗੱਲ ਹੈ ਕਿ ਉਹਨਾਂ ਨੂੰ ਪੜ੍ਹਾਉਣ ਵਾਲੇ ਬੜੇ ਵੱਡੇ ਇਸਲਾਮਿਕ ਵਿਦਵਾਨ ਹੋਣਗੇ। ਪਰ ਇੱਥੇ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਇੰਨੇ ਪੜ੍ਹੇ ਲਿਖੇ ਵਿਦਵਾਨ ਵੀ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਤੋਂ ਕਾਫੀ ਹੱਦ ਤੱਕ ਪ੍ਰਭਾਵਿਤ ਸਨ। ਫਾਰਸੀ ਦੀਆਂ 2 ਕਿਤਾਬਾਂ ਹਨ, ਮੁਅੱਸਰੇ ਆਲਮਗੀਰੀ ਤੇ ਅਹਿਕਾਮੇ ਆਲਮਗੀਰੀ। ਇਹਨਾਂ ਦੋਨਾਂ ਵਿੱਚ ਹੀ ਇੱਕ ਘਟਨਾ ਦਾ ਜ਼ਿਕਰ ਮਿਲਦਾ ਹੈ ਜਿਸ ਨੂੰ ਸਮਝਣ ਲਈ ਆਓ ਆਪਾਂ ਆਪਣੀ ਸੁਰਤ ਨੂੰ ਦਿੱਲੀ ਦੇ ਮੁਗਲ ਦਰਬਾਰ ਲੈ ਚੱਲੀਏ, ਜਿੱਥੇ ਤਖਤ ਤੇ ਕਾਬਜ ਹੈ ਔਰੰਗਜ਼ੇਬ। ਇੱਕ ਦਿਨ ਕਿਸੇ ਗੱਲ ਤੇ ਚਰਚਾ ਕਰਦਿਆਂ 2 ਕਾਜੀ ਬਹੁਤ ਹੀ ਤਲਖੀ ਵਿੱਚ ਆ ਗਏ ਤੇ ਇੱਕ ਦੂਜੇ ਨੂੰ ਮੰਦਾ ਬੋਲਣ ਲੱਗ ਪਏ। ਔਰੰਗਜ਼ੇਬ ਨੇ ਉਹਨਾਂ ਦੋਵਾਂ ਨੂੰ ਚੁੱਪ ਕਰਾਉਂਦੇ ਹੋਏ ਕਿਹਾ, ਕੁਲਹਾਂ ਦਿੰਦੇ ਬਾਵਲੇ ਲੈਂਦੇ ਵੱਡੇ ਨਿਲੱਜ। ਇਹ ਸੁਣ ਕੇ ਇੱਕ ਕਾਜੀ ਤਲਕ ਕੇ ਬੋਲ ਉੱਠਿਆ, ਕਹਿੰਦਾ ਬਾਦਸ਼ਾਹ ਇਹ ਕੀ ਕੀਤਾ? ਸਰੇ ਦਰਬਾਰ ਕਾਫਰ ਦੀ ਕਲਾਮ ਪੜ੍ਹ ਦਿੱਤੀ। ਤਦ ਔਰੰਗਜ਼ੇਬ ਨੇ ਜਵਾਬ ਦਿੱਤਾ ਕਿ ਮੈਨੂੰ ਨਹੀਂ ਪਤਾ ਇਹ ਕਿਹਦੀ ਕਲਾਮ ਹੈ, ਪਰ ਇਹ ਤਾਂ ਮੇਰੇ ਜ਼ਿਹਨ ਵਿੱਚ ਉਦੋਂ ਦੀ ਹੈ ਜਦੋਂ ਅਸੀਂ ਸੁਲਤਾਨਪੁਰ ਲੋਧੀ ਪੜ੍ਹਦੇ ਹੁੰਦੇ ਸਾਂ ਤੇ ਸਾਡੇ ਉਸਤਾਦ ਅਕਸਰ ਇਹ ਲਾਈਨ ਉਚਾਰਦੇ ਹੁੰਦੇ ਸਨ। ਇੱਥੋਂ ਪਤਾ ਲੱਗਦਾ ਹੈ ਸ਼੍ਰੀ ਗੁਰੂ ਨਾਨਕ ਸਾਹਿਬ ਦੀ ਵਿਦਵਤਾ ਦਾ ਕਿ ਦੁਨੀਆ ਦੇ ਚੋਟੀ ਦੇ ਇਸਲਾਮਿਕ ਵਿਦਵਾਨ ਵੀ ਉਹਨਾਂ ਅੱਗੇ ਝੁਕਦੇ ਸਨ। ਜੇ ਕਦੀ ਕਿਤੇ ਲੋੜ ਪੈਂਦੀ ਸੀ ਤੇ ਗੁਰਬਾਣੀ ਤੋਂ ਵੀ ਉਦਾਹਰਨ ਲੈ ਕੇ ਬੱਚਿਆਂ ਨੂੰ ਪੜ੍ਹਾਉਂਦੇ ਸਨ। ਸੋ ਇਹ ਸਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਨਾਲ ਜੁੜੀਆਂ ਕੁਝ ਇਹੋ ਜਿਹੀਆਂ ਗੱਲਾਂ ਜੋ ਸ਼ਾਇਦ ਤੁਹਾਨੂੰ ਪਹਿਲਾਂ ਨਹੀਂ ਪਤਾ ਸਨ। ਵੀਡੀਓ ਪਸੰਦ ਆਇਆ ਤਾਂ ਇਸ ਨੂੰ ਲਾਈਕ ਕਰਕੇ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਇਸ ਬਾਕਸ ਤੇ ਕਲਿੱਕ ਕਰਕੇ ਤੁਸੀਂ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਦੀ ਜ਼ਮੀਨ ਤੇ ਕੇਸ ਵਾਲਾ ਵੀਡੀਓ ਵੇਖ ਸਕਦੇ ਹੋ। ਚੈਨਲ ਨੂੰ ਸਬਸਕ੍ਰਾਈਬ ਤਾਂ ਤੁਸੀਂ ਕਰ ਹੀ ਦਿੱਤਾ ਹੋਣਾ ਤੇ ਹਮੇਸ਼ਾ ਦੀ ਤਰ੍ਹਾਂ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾ ਦਿਓ। ਵਾਹਿਗੁਰੂ ਜੀ ਕਾ ਖਾਲਸਾ।